ਸਾਡੇ ਮਾਹੌਲ ਇੱਕ ਪੈਦਾ ਕੀਤਾ ਗਿਆ ਸੀਗਾ ਕਿ ਪਾਕਿਸਤਾਨ ਗਏ ਤਾਂ ਤੁਹਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਪਾਕਿਸਤਾਨ ਦਾ ਮਾਹੌਲ ਵਧੀਆ ਨਹੀਂ ਆ, ਪਰ ਇੱਥੇ ਆ ਕੇ ਤਾਂ ਗੱਲ ਹੀ ਟੋਟਲੀ ਉਲਟ ਸੀਗੀ। ਇੱਥੇ ਜਾ ਕੇ ਜਿਹੜੀ ਪਿਆਰ ਮੁਹੱਬਤ ਮਿਲੀ ਉਹ ਫਿਰ ਹਰ ਸਾਲ ਹੀ ਆਪਣੇ ਆਪ ਹੀ ਸਾਲ ਦੇ ਵਿੱਚ 2 ਵਾਰ ਖਿੱਚ ਲਿਆਉਂਦੀ ਆ। ਮਨਮੋਹਨ ਸਿੰਘ ਅੱਜ ਕੱਲ੍ਹ ਇਸ ਦੁਨੀਆ ਦੇ ਵਿੱਚ ਨਹੀਂ ਹੈ। ਉਹ ਇੰਗਲੈਂਡ ਤੋਂ ਉਹ ਜੱਥੇ ਲੈ ਕੇ ਆਉਂਦੇ ਸੀਗੇ ਸਿੱਖ ਯਾਤਰੀਆਂ ਦੇ ਇੰਗਲੈਂਡ ਤੋਂ, ਤਾਂ ਉਹਨਾਂ ਨੇ ਫਿਰ ਮੈਨੂੰ ਕਿਹਾ, ਹੱਲਾਸ਼ੇਰੀ ਦਿੱਤੀ ਕਿ ਜਸਬੀਰ ਸਿੰਘ ਤੂੰ ਕਿਉਂ ਨਹੀਂ ਫਿਰ ਜਥੇ ਲੈ ਕੇ ਆਉਂਦਾ, ਜੇ ਆਉਣਾ ਹੀ ਆ ਤਾਂ ਕਿਸੇ ਹੋਰ ਦਾ ਵੀ ਭਲਾ ਹੋਏਗਾ, ਦਰਸ਼ਨ ਕਰਨਗੇ। अस्सलाम वालेकुम दोस्तों, मेरा नाम मुहम्मद हुसैन जट है। तुसी उर्दू डिजिटल वेख रहे हो दोस्तों। अज पंजाबी च इंटरव्यू करने का खास मकसद है कि साडे एक बहुत प्यारे वीर जिहड़े कैनेडा तो तशरीफ लैके आए ने, सरदार जसबीर सिंह बोपाराय साहब, वो साडे नाल मौजूद ने ते अज असीं उन्हां नाल पॉडकास्ट करन जा रहे हां उर्दू डिजिटल ते। मैं थोड़ा जिहा इन्हां दा तारफ करवांदा चला सरदार जसबीर सिंह बोपाराय साहब दा कि पिछले 15 साल तो पाकिस्तान दे विच सिख यात्रियां दे जत्थे लैके आ रहे ने, ਜਿਹੜੇ ਕਿ ਕਰਤਾਰਪੁਰ ਜਾਂਦੇ ਨੇ, ਉੱਥੇ ਮੱਥਾ ਟੇਕਦੇ ਨੇ, ਨਨਕਾਣਾ ਸਾਹਿਬ ਜਾਂਦੇ ਨੇ ਔਰ ਹਜ਼ਰਤ ਬਾਬਾ ਗੁਰੂ ਨਾਨਕ ਸਾਹਿਬ ਦੇ ਜਿੰਨੇ ਵੀ ਗੁਰਦੁਆਰੇ ਨੇ ਉਹਨਾਂ ਸਾਰੇ ਗੁਰਦੁਆਰਿਆਂ ਤੇ ਜਾ ਕੇ ਹਾਜ਼ਰੀ ਦਿੰਦੇ ਨੇ, ਮੱਥਾ ਟੇਕਦੇ ਨੇ। ਤੇ ਸਰਦਾਰ ਜਸਬੀਰ ਸਿੰਘ ਬੁਪਰਾਏ ਸਾਹਿਬ ਜਿਹੜੇ ਨੇ ਉਹ ਇੰਝ ਹੀ ਜਾਪਦੇ ਨੇ ਜਿਵੇਂ ਪਾਕਿਸਤਾਨੀ ਹੋਣ ਤੇ ਉਹ ਪਾਕਿਸਤਾਨ ਦਾ ਇੱਕ ਹਿੱਸਾ ਹੋਣ, ਜਦਕਿ ਬੇਸਿਕਲੀ ਉਹ ਚੜ੍ਹਦੇ ਪੰਜਾਬ ਦੇ ਵਾਸੀ ਨੇ ਲੇਕਿਨ ਕੈਨੇਡੀਅਨ ਨੈਸ਼ਨਲ ਨੇ। ਅੱਜ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸਰਦਾਰ ਜੀ ਸਤਿ ਸ੍ਰੀ ਅਕਾਲ। ਹਾਂਜੀ ਵੀਰ ਜੀ, ਤੁਹਾਨੂੰ ਤੇ ਜਿੰਨੇ ਵੀ ਉਰਦੂ ਡਿਜੀਟਲ ਦੇਖ ਰਹੇ ਪ੍ਰੋਗਰਾਮ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜੀ, ਇਹ ਤੁਸੀਂ ਸਾਡੇ ਦੇਖਣ ਵਾਲੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਇਹ ਦੱਸੋ ਕਿ ਤੁਹਾਡੀ ਪਾਕਿਸਤਾਨ ਨਾਲ ਮੁਹੱਬਤ ਤੇ ਸਾਨੂੰ ਨਜ਼ਰ ਆਉਂਦੀ ਹੈ ਤੇ ਤੁਸੀਂ 15 ਸਾਲ ਤੋਂ ਪਿਛਲੇ ਤੋਂ ਪਾਕਿਸਤਾਨ ਨੂੰ ਜਿਹੜਾ ਹੈ ਵੇ ਸਿੱਖ ਯਾਤਰੀਆਂ ਦੇ ਜੱਥੇ ਲੈ ਕੇ ਆਉਂਦੇ ਹੋ ਤੇ ਡੈਫੀਨੇਟਲੀ ਤੁਸੀਂ ਟੂਰਿਜ਼ਮ ਨੂੰ ਫਰੋਗ ਵੀ ਦੇ ਰਹੇ ਹੋ। ਇਹ ਤੁਹਾਡੇ ਕਿਸ ਤਰ੍ਹਾਂ ਜ਼ਿਹਨ ਦੇ ਵਿੱਚ ਆਇਆ ਕਿ ਤੁਸੀਂ ਪੂਰੇ ਵਰਲਡ ਦੇ ਵਿੱਚੋਂ ਕੈਨੇਡਾ, ਅਮਰੀਕਾ, UK ਔਰ ਯੂਰਪ ਦੇ ਵਿੱਚੋਂ ਸਿੱਖ ਯਾਤਰੀਆਂ ਨੂੰ ਇਕੱਠਾ ਕਰਦੇ ਹੋ, ਪੂਰਾ ਸਾਲ ਮਿਹਨਤ ਕਰਕੇ ਉਹਨਾਂ ਨੂੰ ਇਕੱਠਾ ਕਰਕੇ ਤੇ ਉਹਨਾਂ ਨੂੰ ਫਿਰ ਇੱਥੇ ਲੈ ਕੇ ਆਉਂਦੇ ਹੋ? ਡੈਫੀਨੇਟਲੀ ਪਾਕਿਸਤਾਨ ਨੂੰ ਵੀ ਫਾਇਦਾ ਹੁੰਦਾ ਤੇ ਤੁਹਾਡੇ ਜ਼ਿਹਨ 'ਚ ਕਿਵੇਂ ਆਇਆ ਔਰ ਤੁਸੀਂ ਉੱਥੇ ਕਿ ਤੁਹਾਡਾ ਬਿਜ਼ਨਸ ਕੀ ਹੈ ਉਹ ਸਾਰਾ ਸਾਨੂੰ ਅੱਜ ਸਾਰੇ ਦੋਸਤਾਂ ਨੂੰ ਤਾਰਫ ਕਰਵਾਓ ਆਪਣਾ। ਵੀਰ ਜੀ, ਮੈਂ ਪਿਛਲੇ ਤਕਰੀਬਨ 32-33 ਸਾਲ ਤੋਂ ਕੈਨੇਡਾ ਦੇ ਵਿੱਚ ਹਾਂ ਔਰ ਮੇਰਾ 2010 ਦੇ ਵਿੱਚ ਸਬੱਬ ਬਣਿਆ। ਮੇਰੇ ਵੱਡੇ ਵੀਰ ਸਰਦਾਰ ਮੰਗਲ ਸਿੰਘ ਜੀ ਉਹਨਾਂ ਨੇ ਕਿਹਾ ਕਿ ਆਪਾਂ ਪਾਕਿਸਤਾਨ ਜਾਣਾ। ਮੈਂ ਆਪਣੇ ਪਰਿਵਾਰ ਦੇ ਨਾਲ ਆਇਆ ਸੀਗਾ ਔਰ ਇੱਥੇ ਆ ਕੇ ਇਹੋ ਜਿਹਾ ਮਾਹੌਲ ਲੱਗਾ, ਇੰਨਾ ਕੁ ਪਿਆਰ ਮਿਲਿਆ, ਇੰਨਾ ਕੁ ਜ਼ਿਆਦਾ ਖਲੂਸ ਮਿਲਿਆ, ਇੰਨੀ ਕੁ ਜ਼ਿਆਦਾ ਮੁਹੱਬਤ ਮਿਲੀ ਕਿ ਮੈਂ ਨਨਕਾਣਾ ਸਾਹਿਬ ਜਾ ਕੇ, ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਨਮ ਲਿਆ ਵਾ, ਜਿੱਥੇ ਉਹਨਾਂ ਨੇ ਪ੍ਰਕਾਸ਼ ਧਾਰਿਆ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਘਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸੋ ਭਾਈ ਗੁਰਦਾਸ ਜੀ ਨੇ ਲਿਖਿਆ ਵਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਉਣ ਨਾਲ ਧਰਤੀ ਦੇ ਉੱਤੇ ਸਾਰਾ ਪ੍ਰਕਾਸ਼ ਹੀ ਪ੍ਰਕਾਸ਼ ਇਸ ਜਗ੍ਹਾ ਦੇ ਉੱਤੇ ਹੋ ਗਿਆ। ਸੋ ਉਸ ਸਥਾਨ ਨੂੰ ਜਦੋਂ ਸਿਜਦਾ ਕਰਨ ਗਏ ਤੇ ਇੰਨਾ ਕੁ ਜ਼ਿਆਦਾ ਮਨ ਨੂੰ ਜਿਹੜਾ ਸ਼ਾਂਤੀ ਮਿਲੀ, ਇੰਨਾ ਕੁ ਜ਼ਿਆਦਾ ਜਿਹੜਾ ਪੀਸ ਫੁੱਲ ਜਿਹੜਾ ਹੈਗਾ ਆਪਣੇ ਆਪ ਨੂੰ ਮਹਿਸੂਸ ਕੀਤਾ, ਇੰਨਾ ਕੁ ਜ਼ਿਆਦਾ ਜਿਹੜਾ ਹੈ ਆਪਣੇ ਆਪ ਨੂੰ ਹੌਲਾ ਮਹਿਸੂਸ ਕੀਤਾ। ਪਰ ਮੈਂ ਸਤਿਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਗੁਰੂ ਸਾਹਿਬ ਜਿੰਨੇ ਚਿਰ ਸਾਹ ਚੱਲਦੇ ਆ ਆਪਣੇ ਦਰ ਦੇ ਦਰਸ਼ਨ ਬਖਸ਼ ਦਿਓ ਮੈਨੂੰ, ਮੈਂ ਹਰ ਸਾਲ ਇੱਥੇ ਆਵਾਂ। ਤੇ ਨਾਲ ਸਾਡੇ ਦੋਸਤ ਸੀਗੇ ਮਨਮੋਹਨ ਸਿੰਘ, ਅੱਜ ਕੱਲ੍ਹ ਇਸ ਦੁਨੀਆ ਦੇ ਵਿੱਚ ਨਹੀਂ ਹੈ। ਉਹ ਇੰਗਲੈਂਡ ਤੋਂ ਉਹ ਜੱਥੇ ਲੈ ਕੇ ਆਉਂਦੇ ਸੀਗੇ ਸਿੱਖ ਯਾਤਰੀਆਂ ਦੇ ਇੰਗਲੈਂਡ ਤੋਂ, ਤਾਂ ਉਹਨਾਂ ਨੇ ਫਿਰ ਮੈਨੂੰ ਕਿਹਾ, ਹੱਲਾਸ਼ੇਰੀ ਦਿੱਤੀ ਕਿ ਜਸਬੀਰ ਸਿੰਘ ਤੂੰ ਕਿਉਂ ਨਹੀਂ ਫਿਰ ਜਥੇ ਲੈ ਕੇ ਆਉਂਦਾ, ਜੇ ਆਉਣਾ ਹੀ ਆ ਤਾਂ ਕਿਸੇ ਹੋਰ ਦਾ ਵੀ ਭਲਾ ਹੋਏਗਾ, ਦਰਸ਼ਨ ਕਰਨਗੇ ਤੇ ਕਿਸੇ ਹੋਰ ਨੂੰ ਵੀ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਮਿਲਣ ਦਾ ਮੌਕਾ ਮਿਲੇਗਾ। ਤੇ ਉਹ ਫਿਰ ਮੇਰੇ ਮਨ ਦੇ ਵਿੱਚ ਇੱਕ ਗੱਲ ਘਰ ਕਰ ਗਈ। ਔਰ ਦੂਸਰਾ, ਸਾਡਾ ਯੂਥ ਜਿਹੜਾ ਹੈ ਜੀ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਵਾਂਝਾ ਸੀ। ਜਦੋਂ ਇੱਥੇ ਆ ਕੇ ਮੈਂ ਦੇਖਿਆ ਪਾਕਿਸਤਾਨ, ਹਾਲਾਂਕਿ ਸਾਡੇ ਮਾਹੌਲ ਇੱਕ ਪੈਦਾ ਕੀਤਾ ਗਿਆ ਸੀਗਾ ਕਿ ਪਾਕਿਸਤਾਨ ਗਏ ਤਾਂ ਤੁਹਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਪਾਕਿਸਤਾਨ ਦਾ ਮਾਹੌਲ ਵਧੀਆ ਨਹੀਂ ਆ, ਪਰ ਇੱਥੇ ਆ ਕੇ ਤਾਂ ਗੱਲ ਹੀ ਟੋਟਲੀ ਉਲਟ ਸੀਗੀ। ਕਹਤੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਵਾਲੀ ਗੱਲ ਸੀਗੀ। ਸੋ ਇੱਥੇ ਜਾ ਕੇ ਜਿਹੜੀ ਪਿਆਰ ਮੁਹੱਬਤ ਮਿਲੀ ਉਹ ਫਿਰ ਹਰ ਸਾਲ ਹੀ ਆਪਣੇ ਆਪ ਹੀ ਸਾਲ ਦੇ ਵਿੱਚ 2 ਵਾਰ ਖਿੱਚ ਲਿਆਉਂਦੀ ਆ। ਸੋ ਬਾਕੀ ਸਾਡਾ ਜਿਹੜਾ ਵਿਰਸਾ, ਸਾਡਾ ਇਤਿਹਾਸ, ਸਾਡਾ ਜਿਹੜਾ ਫਲਸਫਾ ਸੀਗਾ, ਸਾਡੇ ਜਿਹੜੇ ਗੁਰੂਆਂ ਪੀਰਾਂ ਦੀ ਧਰਤੀ, ਸਾਡੇ ਜਿਹੜੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਸੀਗੇ ਉਹ ਸਭ ਤੋਂ ਜ਼ਿਆਦਾ ਤੇ ਇਸ ਧਰਤੀ ਦੇ ਉੱਤੇ ਰਹਿ ਗਏ 47 ਤੋਂ ਬਾਅਦ ਜਿਹੜੇ ਆ। ਸੋ ਇਹਨਾਂ ਦੀ ਖਿੱਚ ਜਿਹੜੀ ਹੈਗੀ ਉਹ ਹਰ ਸਾਲ ਲਈ ਆਉਂਦੀ ਹੈ ਜੀ।